ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਸਰਬਜੀਤ ਸਿੰਘ ਅੜਕਵਾਸ ਆਪਣੇ YouTube ਚੈਨਲ ਤੇ ਆਪ ਸਭ ਦਾ ਹਾਰਦਿਕ ਸਵਾਗਤ ਕਰਦਾ। ਮਾਸਟਰ ਕਾਡਰ ਸਮਾਜਿਕ ਸਿੱਖਿਆ ਅਤੇ ਪੰਜਾਬੀ ਦੀ ਤਿਆਰੀ ਕਰਨ ਦੇ ਲਈ ਸਾਡੇ YouTube ਚੈਨਲ ਦੇ ਨਾਲ ਜ਼ਰੂਰ ਜੁੜੋ। ਜਿਨ੍ਹਾਂ ਵੀ ਸਾਥੀਆਂ ਨੇ ਹੁਣ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਕਿਰਪਾ ਕਰਕੇ ਉਹ ਸਾਥੀ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਜੀ, ਤਾਂ ਕਿ ਨਵੀਂ ਤੋਂ ਨਵੀਂ ਜਾਣਕਾਰੀ ਤੁਹਾਡੇ ਤੱਕ ਪਹੁੰਚ ਸਕੇ। ਅਸੀਂ ਹੁਣ ਤੱਕ ਮਾਸਟਰ ਕਾਡਰ ਸਮਾਜਿਕ ਸਿੱਖਿਆ ਅਤੇ ਪੰਜਾਬੀ ਦੇ ਨਾਲ ਸੰਬੰਧਿਤ ਬਹੁਤ ਸਾਰੀਆਂ ਵੀਡੀਓਜ਼ ਆਪਣੇ ਚੈਨਲ 'ਤੇ ਅਪਲੋਡ ਕਰ ਚੁੱਕੇ ਹਾਂ ਜੀ। ਆਪ ਸਭ ਨੇ ਉਹ ਵੀਡੀਓਜ਼ ਜ਼ਰੂਰ ਵੇਖ ਲੈਣੀਆਂ ਤਾਂ ਕਿ ਤੁਹਾਡਾ ਸਿਲੇਬਸ ਚੰਗੀ ਤਰ੍ਹਾਂ ਕਵਰ ਹੋ ਸਕੇ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਸਪੈਸ਼ਲ ਟੈਸਟ ਸੀਰੀਜ਼ ਸਮਾਜਿਕ ਸਿੱਖਿਆ 37। ਇਸ ਤੋਂ ਪਹਿਲਾਂ 36 ਵੀਡੀਓਜ਼ ਅਸੀਂ ਆਪਣੇ ਚੈਨਲ 'ਤੇ ਸੀਰੀਜ਼ ਦੀਆਂ ਪਾ ਚੁੱਕੇ ਹਾਂ। ਆਪ ਸਭ ਨੇ ਉਹ ਜ਼ਰੂਰ ਵੇਖ ਲੈਣੀਆਂ। ਇਸ ਵੀਡੀਓ ਦੇ ਵਿੱਚ ਅਸੀਂ ਡਿਸਕਸ ਕਰਾਂਗੇ ਬਹੁਤ ਹੀ ਮਹੱਤਵਪੂਰਨ 30 ਪ੍ਰਸ਼ਨ ਜੋ ਆਮ ਤੌਰ 'ਤੇ ਐਗਜ਼ਾਮ ਦੇ ਵਿੱਚ ਆ ਰਹੇ ਹਨ ਅਤੇ ਅੱਗੇ ਵੀ ਜਿਨ੍ਹਾਂ ਦੀ ਸੰਭਾਵਨਾ ਬਣੀ ਹੋਈ ਹੈ। ਅਤੇ ਇਸ ਸੀਰੀਜ਼ ਦਾ ਕੱਲ੍ਹ ਨੂੰ ਸਾਡੇ WhatsApp ਗਰੁੱਪ ਦੇ ਵਿੱਚ ਟੈਸਟ ਵੀ ਲਿਆ ਜਾਣਾ। ਸੋ ਜੇਕਰ ਕੋਈ ਵੀ ਅਧਿਆਪਕ ਸਾਥੀ ਟੈਸਟ ਦੇਣਾ ਚਾਹੁੰਦਾ ਹੈ ਤਾਂ ਸਾਨੂੰ ਮੈਸੇਜ ਕਰ ਸਕਦੇ ਹੋ 96535 02728। ਸੋ ਬਿਨਾਂ ਕਿਸੇ ਦੇਰੀ ਤੋਂ ਸ਼ੁਰੂ ਕਰਦੇ ਹਾਂ ਜੀ। ਕਿਹੜੇ ਵੰਸ਼ ਦੇ ਸੁਲਤਾਨਾਂ ਨੇ ਸਭ ਤੋਂ ਅਧਿਕ ਸਮੇਂ ਤੱਕ ਦੇਸ਼ 'ਤੇ ਰਾਜ ਕੀਤਾ? ਤਾਂ ਉਹ ਕਿਹੜਾ ਵੰਸ਼ ਸੀ ਜਿਸ ਨੇ ਸਭ ਤੋਂ ਜ਼ਿਆਦਾ ਸਮਾਂ ਰਾਜ ਕੀਤਾ? ਖਿਲਜੀ ਵੰਸ਼, ਤੁਗਲਕ ਵੰਸ਼, ਲੋਧੀ ਵੰਸ਼, ਦਾਸ ਵੰਸ਼। ਸੋ ਰਾਈਟ ਹੈ ਜੀ ਆਪਣਾ ਤੁਗਲਕ ਵੰਸ਼। ਤੁਗਲਕ ਵੰਸ਼ ਨੇ 1320 ਤੋਂ 1414 ਤੱਕ ਰਾਜ ਕੀਤਾ ਸੀ। ਇਹ ਇੱਕ ਮੁਸਲਿਮ ਵੰਸ਼ ਸੀਗਾ ਜਿਸ ਦੀ ਸ਼ੁਰੂਆਤ 1320 ਦੇ ਵਿੱਚ ਅਤੇ ਅੰਤ 1414 ਦੇ ਵਿੱਚ ਹੋਇਆ ਸੀਗਾ। ਤੁਗਲਕ ਵੰਸ਼ ਦਾ ਸੰਸਥਾਪਕ ਕੌਣ ਸੀ ਜੀ? ਗਿਆਸੁਦੀਨ ਤੁਗਲਕ। ਇਹਨਾਂ ਦੀ ਜੋ ਮੁੱਖ ਭਾਸ਼ਾ ਸੀ ਉਹ ਸੀ ਫਾਰਸੀ। ਮੁੱਖ ਭਾਸ਼ਾ ਕਿਹੜੀ ਸੀ ਜੀ? ਫਾਰਸੀ। ਇਹਨਾਂ ਦੇ ਜੋ ਮਹੱਤਵਪੂਰਨ ਸਮਰਾਟ ਹੋਏ ਨੇਗੇ ਤੁਗਲਕ ਵੰਸ਼ ਦੇ ਉਹ ਸੀ ਗਿਆਸੁਦੀਨ ਤੁਗਲਕ, ਮੁਹੰਮਦ ਬਿਨ ਤੁਗਲਕ ਅਤੇ ਫਿਰੋਜ਼ ਸ਼ਾਹ ਤੁਗਲਕ। ਇਹ ਤਿੰਨ ਰਾਜ ਹੋਇਆ ਅਤੇ ਸਭ ਤੋਂ ਵੱਧ ਜੋ ਰਾਜ ਕੀਤਾ ਉਹ ਤੁਗਲਕ ਵੰਸ਼ ਨੇ ਕੀਤਾ। ਤੁਗਲਕ ਵੰਸ਼ ਖਿਲਜੀ ਵੰਸ਼ ਤੋਂ ਬਾਅਦ ਹੋਂਦ ਵਿੱਚ ਆਇਆ ਸੀ ਅਤੇ ਤੁਗਲਕ ਵੰਸ਼ ਤੋਂ ਬਾਅਦ ਕਿਹੜਾ ਵੰਸ਼ ਹੋਂਦ ਵਿੱਚ ਆਇਆ ਸੀ? ਸੱਯਦ ਵੰਸ਼। ਹੇਠ ਲਿਖਿਆਂ ਵਿੱਚੋਂ ਕਿਹੜੇ ਮੁਸਲਿਮ ਸਮਰਾਟ ਨੇ ਤੀਰਥ ਯਾਤਰਾ ਕਰ ਸਮਾਪਤ ਕਰ ਦਿੱਤਾ ਸੀ? ਅਕਬਰ, ਸ਼ੇਰਸ਼ਾਹ ਸੂਰੀ, ਬਹਿਲੋਲ ਲੋਧੀ, ਹਿਮਾਯੂ। ਸੋ ਰਾਈਟ ਆਨਸਰ ਹੈ ਜੀ ਅਕਬਰ। ਅਕਬਰ ਤੀਸਰਾ ਮੁਗਲ ਬਾਦਸ਼ਾਹ ਸੀ। ਮੁਗਲ ਸਾਮਰਾਜ ਦਾ ਜੋ ਸੰਸਥਾਪਕ ਸੀ ਬਾਬਰ ਦਾ ਉੱਤਰਾਧਿਕਾਰੀ ਹਿਮਾਯੂ, ਅਤੇ ਹਿਮਾਯੂ ਦਾ ਜੋ ਉੱਤਰਾਧਿਕਾਰੀ ਸੀ ਉਹ ਸੀ ਅਕਬਰ। ਅਕਬਰ 1556 ਤੋਂ 1605 ਤੱਕ ਰਾਜਗੱਦੀ 'ਤੇ ਬੈਠਿਆ ਸੀ। ਉਹ ਬਹੁਤ ਇੱਕ ਦਿਆਲੂ ਜੋ ਸਮਰਾਟ ਸੀਗਾ। ਉਸ ਦੇ ਦਰਬਾਰ ਦੇ ਵਿੱਚ ਜ਼ਿਆਦਾ ਜੋ ਸਰਦਾਰ ਸੀ ਉਹ ਹਿੰਦੂ ਸਰਦਾਰ ਸਨ। ਅਕਬਰ ਨੇ ਤੀਰਥ ਯਾਤਰਾ ਕਰ 1563 ਵਿੱਚ ਕਦੋਂ ਸਮਾਪਤ ਕੀਤਾ ਸੀਗਾ ਜੀ? 1563 ਵਿੱਚ ਸਮਾਪਤ ਕਰ ਦਿੱਤਾ ਸੀ। ਅਸਲ ਵਿੱਚ 1563 ਵਿੱਚ ਅਕਬਰ ਮਥੁਰਾ ਨੇੜੇ ਸ਼ਿਕਾਰ ਕਰਨ ਜਾ ਰਿਹਾ ਸੀ ਤਾਂ ਉਸਨੇ ਕੀ ਉੱਥੇ ਵੇਖਿਆ ਕਿ ਲੋਕਾਂ ਤੋਂ ਇੱਕ ਟੈਕਸ ਵਸੂਲਿਆ ਜਾ ਰਿਹਾ ਹੈ ਜੋ ਕੇਵਲ ਗੈਰ ਮੁਸਲਮਾਨਾਂ ਤੋਂ ਹੀ ਲਿਆ ਜਾ ਰਿਹਾ। ਤਾਂ ਉਸ ਤੋਂ ਬਾਅਦ ਕੀ ਸੀ, ਉਹਨਾਂ ਨੇ ਇਸ ਕਰ ਨੂੰ ਖਤਮ ਕਰ ਦਿੱਤਾ ਸੀ। ਇਸ ਤੋਂ ਇਲਾਵਾ ਅਕਬਰ ਸੀ ਜੋ ਬਹੁਤ ਹੀ ਸਹਿਣਸ਼ੀਲ ਸੀ ਸਮਰਾਟ ਸੀ। ਇਸ ਨੇ ਸਾਰਿਆਂ ਦੇ ਨਾਲ ਇੱਕੋ ਜਿਹਾ ਸਲੂਕ ਕੀਤਾ ਸੀ ਅਤੇ ਦੀਨ ਏ ਇਲਾਹੀ ਧਰਮ ਵੀ ਉਸਨੇ ਚਲਾਇਆ ਸੀ। ਨੈਕਸਟ ਕਰਾਂਗੇ ਜੀ ਗੁਲਾਮ ਵੰਸ਼ ਜਾਂ ਦਾਸ ਵੰਸ਼ ਦਾ ਸੰਸਥਾਪਕ ਕੌਣ ਸੀ? ਮਹਿਮੂਦ ਗਜ਼ਨਵੀ, ਰਜ਼ੀਆ ਸੁਲਤਾਨ, ਅਲਾਉਦੀਨ ਖਿਲਜੀ, ਕੁਤਬਦੀਨ ਐਬਕ। ਦਾਸ ਵੰਸ਼ ਦਿੱਲੀ ਸਲਤਨਤ ਦਾ ਮਹੱਤਵਪੂਰਨ ਵੰਸ਼ ਹੈ ਜਿਸ ਦਾ ਸੰਸਥਾਪਕ ਕੌਣ ਸੀ ਜੀ? ਕੁਤਬਦੀਨ ਐਬਕ। ਕੁਤਬਦੀਨ ਐਬਕ ਜੋ ਮੁਹੰਮਦ ਗੌਰੀ ਦਾ ਗੁਲਾਮ ਸੀ, ਇਸ ਨੂੰ ਦਾਸ ਵੰਸ਼ ਦਾ
ਜਾਂ ਮਮਲੂਕ ਵੰਸ਼ ਦਾ ਸੰਸਥਾਪਕ ਕਿਹਾ ਜਾਂਦਾ ਹੈ। ਐਬਕ ਨੂੰ ਲਾਹੌਰ ਦੇ ਤੁਰਕ ਸਰਦਾਰਾਂ ਨੇ ਬੁਲਾ ਕੇ ਰਾਜ ਤਿਲਕ ਲਗਾਇਆ ਸੀ ਅਤੇ ਉਸਨੇ 2 ਉਪਾਧੀਆਂ ਧਾਰਨ ਕੀਤੀਆਂ ਸੀ। ਕੁਤਬਦੀਨ ਐਬਕ ਨੇ ਹੋਰ ਸ਼ਾਸਕਾਂ ਦੀ ਤਰ੍ਹਾਂ ਕੋਈ ਉਪਾਧੀ ਧਾਰਨ ਕੀਤੀ, ਜਿਸ ਕੋਲ 2 ਉਪਾਧੀਆਂ ਸੀ, ਮਲਿਕ ਤੇ ਸਿਪਾਹ-ਏ-ਸਿਲਾਹ, ਜੋ ਉਸਨੂੰ ਮੁਹੰਮਦ ਗੌਰੀ ਨੇ ਪ੍ਰਦਾਨ ਕੀਤੀਆਂ ਸਨ। ਸੋ ਯਾਦ ਰੱਖਿਓ ਜੀ, ਗੁਲਾਮ ਵੰਸ਼ ਦਾ ਜੋ ਸੰਸਥਾਪਕ ਸੀ ਉਹ ਕੌਣ ਸੀ? ਕੁਤਬਦੀਨ ਐਬਕ, ਜਿਸ ਨੇ 1206 ਤੋਂ 1210 ਤੱਕ ਰਾਜ ਕੀਤਾ। ਦਾਸ ਵੰਸ਼ ਦਾ ਜੋ ਸਮਾਂ ਸੀ ਉਹ 1206 ਤੋਂ 1290, ਦਾਸ ਵੰਸ਼ ਦਾ ਜੋ ਸਮਾਂ ਸੀ 1206 ਤੋਂ 1290 ਤੱਕ। ਜੋ ਇਸ ਦੇ ਮਹੱਤਵਪੂਰਨ ਸਮਰਾਟ ਸੀ ਉਹ ਕੌਣ ਸੀ? ਕੁਤਬਦੀਨ ਐਬਕ, ਇਲਤੁਤਮਿਸ, ਰਜ਼ੀਆ, ਬਲਬਨ। ਨੈਕਸਟ ਕਰਾਂਗੇ ਜੀ, ਹੇਠ ਲਿਖਿਆਂ ਵਿੱਚੋਂ ਕੌਣ ਸਿੰਚਾਈ ਕਰ ਲਗਾਉਣ ਵਾਲਾ ਦਿੱਲੀ ਦਾ ਪਹਿਲਾ ਸੁਲਤਾਨ ਸੀ? ਅਲਾਉਦੀਨ ਖਿਲਜੀ, ਬਲਬਨ, ਫਿਰੋਜ਼ ਸ਼ਾਹ ਤੁਗਲਕ, ਮੁਹੰਮਦ ਬਿਨ ਤੁਗਲਕ। ਸੋ ਕਿਹੜਾ ਸਮਰਾਟ ਸੀ ਜਿਸ ਨੇ ਸਿੰਚਾਈ ਕਰ ਸ਼ੁਰੂ ਕੀਤਾ ਸੀ? ਸੋ ਆਪਣਾ ਰਾਈਟ ਆਨਸਰ ਹੈ ਜੀ ਫਿਰੋਜ਼ ਸ਼ਾਹ ਤੁਗਲਕ। ਫਿਰੋਜ਼ ਸ਼ਾਹ ਤੁਗਲਕ ਵੰਸ਼ ਦਾ ਤੀਸਰਾ ਮਹਾਨ ਸਮਰਾਟ ਸੀ। ਉਹ ਮੁਹੰਮਦ ਤੁਗਲਕ ਦਾ ਉੱਤਰਾਧਿਕਾਰੀ ਸੀ। ਇਹ ਮੁਹੰਮਦ ਬਿਨ ਤੁਗਲਕ ਦਾ ਚਚੇਰਾ ਭਰਾ ਸੀ ਅਤੇ ਉਸ ਦੀ ਮੌਤ ਤੋਂ ਬਾਅਦ ਰਾਜਗੱਦੀ 'ਤੇ ਬੈਠਿਆ ਸੀ। ਇਕਤਾਦਾਰੀ ਪ੍ਰਥਾ ਨੂੰ ਵੰਸ਼ ਆਧਾਰਿਤ ਇਸ ਨੇ ਬਣਾਇਆ ਸੀ। ਕਿਸ ਨੇ ਬਣਾਇਆ ਸੀ ਜੀ? ਫਿਰੋਜ਼ ਸ਼ਾਹ ਤੁਗਲਕ ਨੇ। ਉਸਨੇ ਉਲਮਾ ਦੇ ਆਦੇਸ਼ 'ਤੇ ਜੋ ਸਿੰਚਾਈ ਕਰ ਲਗਾਇਆ ਸੀ ਉਸਨੂੰ ਹਸਮ-ਏ-ਸਰਵ ਕਿਹਾ ਜਾਂਦਾ ਸੀ, ਜਿਹੜਾ ਕਿ ਉਪਜ ਦਾ 1/10 ਭਾਗ ਹੁੰਦਾ ਸੀ। ਕਿੰਨਾ ਹੁੰਦਾ ਸੀ ਜੀ? 1/10 ਭਾਗ। ਨੈਕਸਟ ਕਰਾਂਗੇ ਜੀ, ਦਿੱਲੀ ਦੇ ਸੁਲਤਾਨ ਦਾ ਪਦ ਸੰਭਾਲਣ ਤੋਂ ਪਹਿਲਾਂ ਬਲਬਨ ਕਿਸ ਸੁਲਤਾਨ ਦਾ ਪ੍ਰਧਾਨ ਮੰਤਰੀ ਸੀ? ਕੁਤਬਦੀਨ ਐਬਕ, ਨਾਸਿਰੁਦੀਨ ਮਹਿਮੂਦ, ਬਹਿਰਾਮ ਸ਼ਾਹ, ਆਰਾਮ ਸ਼ਾਹ। ਸੋ ਰਾਈਟ ਆਨਸਰ ਆਣਾ ਜੀ ਆਪਣਾ ਨਾਸਿਰੁਦੀਨ ਮਹਿਮੂਦ। ਦਿੱਲੀ ਦੇ ਸੁਲਤਾਨ ਦਾ ਪਦ ਸੰਭਾਲਣ ਤੋਂ ਪਹਿਲਾਂ ਬਲਬਨ ਨਾਸਿਰੁਦੀਨ ਮਹਿਮੂਦ ਦਾ ਪ੍ਰਧਾਨ ਮੰਤਰੀ ਸੀ। ਨਾਸਿਰੁਦੀਨ ਮਹਿਮੂਦ ਇਲਤੁਤਮਿਸ ਦਾ ਪੁੱਤਰ ਤੇ ਬਲਬਨ ਦਾ ਦਾਮਾਦ ਸੀ। ਮਹਿਮੂਦ ਨੇ ਬਲਬਨ ਨੂੰ ਉਲਗ ਖਾਂ ਕਿਹੜੀ ਉਪਾਧੀ ਪ੍ਰਦਾਨ ਕੀਤੀ ਸੀ ਜੀ? ਉਲਗ ਖਾਂ ਦੀ ਉਪਾਧੀ ਧਾਰਨ ਕੀਤੀ ਸੀ, ਜਿਸ ਨੂੰ ਨਾਸਿਰੁਦੀਨ ਮੁਹੰਮਦ ਸ਼ਾਹ ਤੁਗਲਕ ਵੀ ਕਿਹਾ ਜਾਂਦਾ ਹੈ। ਬਲਬਨ ਦਾ ਪੂਰਾ ਨਾਮ ਕੀ ਸੀ? ਗਿਆਸੁਦੀਨ ਬਲਬਨ, ਜੋ ਕਿ 9ਵਾਂ ਸੁਲਤਾਨ ਸੀ। ਬਲਬਨ ਇੱਕ ਤੁਰਕ ਸੀ ਜਿਸ ਦਾ ਜਨਮ 1216 ਦੇ ਵਿੱਚ ਹੋਇਆ ਸੀ ਅਤੇ ਮੌਤ 1287 ਦੇ ਵਿੱਚ ਹੋਈ ਸੀ। ਵੀਡੀਓ ਨੂੰ ਵੱਧ ਤੋਂ ਵੱਧ ਲਾਈਕ, ਕਮੈਂਟ ਅਤੇ ਸ਼ੇਅਰ ਜ਼ਰੂਰ ਕਰਨਾ ਜੀ, ਤਾਂ ਕਿ ਹੋਰਨਾਂ ਸਾਥੀਆਂ ਤੱਕ ਵੀਡੀਓ ਪਹੁੰਚ ਸਕੇ। ਕੱਲ੍ਹ ਨੂੰ ਸਾਡੇ WhatsApp ਗਰੁੱਪ ਦੇ ਵਿੱਚ ਇਸ ਵੀਡੀਓ ਦਾ ਟੈਸਟ ਲਿਆ ਜਾਣਾ ਜੀ, ਤਾਂ ਜਿਹੜੇ ਵੀ ਅਧਿਆਪਕ ਸਾਥੀ ਟੈਸਟ ਵਿੱਚ ਪਾਰਟੀਸਪੇਟ ਕਰਨਾ ਚਾਹੁੰਦੇ ਆ ਤਾਂ ਉਹ ਸਾਨੂੰ ਮੈਸੇਜ ਕਰ ਸਕਦੇ ਆ 96535 02728। ਕੀ ਕਰਾਂ ਜੀ, ਦਿੱਲੀ ਦਾ ਅੰਤਿਮ ਸੁਲਤਾਨ ਕੌਣ ਸੀ? ਦਿੱਲੀ ਸਲਤਨਤ ਦਾ ਅੰਤਿਮ ਸੁਲਤਾਨ ਕੌਣ ਸੀ? ਦੌਲਤ ਖਾਂ ਲੋਧੀ, ਰਾਣਾ ਸਾਂਗਾ, ਇਬਰਾਹਿਮ ਲੋਧੀ, ਸਿਕੰਦਰ ਲੋਧੀ। ਸੋ ਕੌਣ ਸੀ ਜੀ? ਇਬਰਾਹਿਮ ਲੋਧੀ। ਇਬਰਾਹਿਮ ਲੋਧੀ ਲੋਧੀ ਵੰਸ਼ ਅਤੇ ਦਿੱਲੀ ਸਲਤਨਤ ਦਾ ਆਖਰੀ ਰਾਜਾ ਹੋਇਆ, ਜਿਸ ਨੂੰ ਮੁਗਲ ਸਮਰਾਟ ਬਾਬਰ ਨੇ ਪਾਣੀਪਤ ਦੀ ਲੜਾਈ, ਜੋ ਕਿ 21 ਅਪ੍ਰੈਲ 1526 ਈਸਵੀ ਨੂੰ ਹੋਈ ਸੀ, ਦੇ ਵਿੱਚ ਹਰਾ ਕੇ ਲੋਧੀ ਵੰਸ਼ ਦਾ ਖਾਤਮਾ ਅਤੇ ਮੁਗਲ ਸਾਮਰਾਜ ਦੀ ਨੀਂਹ ਰੱਖੀ ਸੀ। ਕਿਸ ਨੇ? ਬਾਬਰ ਨੇ। ਅਤੇ ਜੋ ਦਿੱਲੀ ਸਲਤਨਤ ਦਾ ਆਖਰੀ ਸਮਰਾਟ ਹੋਇਆ ਉਹ ਹੈ ਲੋਧੀ। ਲੋਧੀ ਵੰਸ਼ ਦੇ 3 ਮਹਾਨ ਸ਼ਾਸਕ ਹੋਇਆ, ਬਹਿਲੋਲ ਲੋਧੀ, ਸਿਕੰਦਰ ਲੋਧੀ ਅਤੇ ਇਬਰਾਹਿਮ ਲੋਧੀ। ਨੈਕਸਟ ਕਰਾਂਗੇ ਜੀ, ਹੇਠ ਲਿਖਿਆਂ ਵਿੱਚੋਂ ਕਿਸ ਨੂੰ ਦੂਸਰਾ ਸਿਕੰਦਰ ਮੰਨਿਆ ਜਾਂਦਾ ਹੈ? ਅਲਾਉਦੀਨ ਖਿਲਜੀ, ਜਲਾਲਉਦੀਨ ਖਿਲਜੀ, ਮੁਬਾਰਕ ਖਿਲਜੀ, ਖੁਸਰੋ ਖਾਂ। ਕੌਣ ਹੈ ਜੀ ਜਿਸ ਨੂੰ
ਸਿਕੰਦਰ ਦੂਜਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਰਾਈਟ ਹੈ ਜੀ ਅਲਾਉਦੀਨ ਖਿਲਜੀ। ਅਲਾਉਦੀਨ ਖਿਲਜੀ ਨੂੰ ਦੂਸਰਾ ਸਿਕੰਦਰ ਵੀ ਕਿਹਾ ਜਾਂਦਾ ਹੈ। ਤੇ ਖਿਲਜੀ ਦਾ ਅਸਲੀ ਨਾਮ ਕੀ ਸੀ ਜੀ? ਅਲੀ ਜਾਂ ਜੂਨਾ ਖਾਨ ਸੀ। ਇਹ ਖਿਲਜੀ ਵੰਸ਼ ਦਾ ਦੂਜਾ ਮਹਾਨ ਸ਼ਾਸਕ ਸੀ। ਉਸ ਦਾ ਸਾਮਰਾਜ ਅਫਗਾਨਿਸਤਾਨ ਤੋਂ ਲੈ ਕੇ ਉੱਤਰੀ ਮੱਧ ਭਾਰਤ ਤੱਕ ਫੈਲਿਆ ਹੋਇਆ ਸੀ। ਅਲਾਉਦੀਨ ਖਿਲਜੀ ਤੋਂ ਬਾਅਦ ਇਹਨਾਂ ਦਾ ਵੱਡਾ ਭਾਰਤੀ ਸਾਮਰਾਜ ਅਗਲੇ 300 ਸਾਲਾਂ ਤੱਕ ਕੋਈ ਵੀ ਸ਼ਾਸਕ ਨਹੀਂ ਸੀ ਸਥਾਪਿਤ ਕਰ ਸਕਿਆ। ਇਸ ਦੀ ਜੋ ਹੱਤਿਆ ਸੀ ਉਹ ਕਿਸ ਨੇ ਕੀਤੀ ਸੀ? ਮਲਿਕ ਕਫੂਰ ਨੇ। ਅਲਾਉਦੀਨ ਖਿਲਜੀ ਦੀ ਹੱਤਿਆ ਕਿਸ ਨੇ ਕੀਤੀ ਸੀ? ਮਲਿਕ ਕਫੂਰ ਨੇ। ਖਿਲਜੀ ਵੰਸ਼ ਨੂੰ ਬਿਜਲੀ ਵੰਸ਼ ਵੀ ਕਿਹਾ ਜਾਂਦਾ ਹੈ। ਸੋ ਰਾਈਟ ਹੈ ਜੀ ਅਲਾਉਦੀਨ ਖਿਲਜੀ ਨੂੰ ਦੂਸਰਾ ਸਿਕੰਦਰ ਕਿਹਾ ਜਾਂਦਾ ਜਾਂ ਉਸਨੇ ਸਿਕੰਦਰ-ਏ-ਸਾਨੀ ਦੀ ਉਪਾਧੀ ਧਾਰਨ ਕੀਤੀ ਸੀ। ਕਿਸ ਨੇ ਮੁਹੰਮਦ ਬਿਨ ਤੁਗਲਕ ਦੀ ਪਦਵੀ ਧਾਰਨ ਕੀਤੀ ਤੇ 1325 ਵਿੱਚ ਦਿੱਲੀ ਦਾ ਸਮਰਾਟ ਬਣਿਆ? ਜੂਨਾ ਖਾਂ, ਚੰਗੇਜ਼ ਖਾਂ, ਨਾਸਿਰੁਦੀਨ ਸ਼ਾਹ, ਇਲਤੁਤਮਿਸ਼। ਸੋ ਰਾਈਟ ਹੈ ਜੀ ਜੂਨਾ ਖਾਂ। ਜੂਨਾ ਖਾਂ ਜਿਸ ਨੂੰ ਅਲੀ ਗੁਸਪ ਜਾਂ ਅਲਾਉਦੀਨ ਖਿਲਜੀ ਵੀ ਕਿਹਾ ਜਾਂਦਾ ਹੈ, ਇਸ ਨੂੰ ਸਿਕੰਦਰ-ਏ-ਸਾਨੀ ਤੇ ਸਿਕੰਦਰ ਦੂਜਾ ਦੀ ਉਪਾਧੀ ਵੀ ਦਿੱਤੀ ਜਾਂਦੀ ਹੈ। ਇਸ ਦਾ ਜੋ ਪ੍ਰਸ਼ਾਸਨਿਕ ਨਾਮ ਅਲਾਉਦੀਨ ਵਾਡ ਦਿਨ ਮੁਹੰਮਦ ਸ਼ਾਹ ਸੁਲਤਾਨ ਸੀ। ਇਸ ਦੀ ਮੌਤ ਦਿੱਲੀ ਦੇ ਵਿੱਚ ਹੋਈ ਸੀ। ਜੂਨਾ ਖਾਂ ਨੇ ਮੁਹੰਮਦ ਬਿਨ ਤੁਗਲਕ ਦੀ ਉਪਾਧੀ ਧਾਰਨ ਕੀਤੀ ਸੀ। 1325 ਦੇ ਵਿੱਚ ਦਿੱਲੀ ਦਾ ਸਮਰਾਟ ਬਣਿਆ ਸੀ। ਮੁਹੰਮਦ ਬਿਨ ਤੁਗਲਕ ਨੂੰ ਪੜ੍ਹਿਆ ਲਿਖਿਆ ਮੂਰਖ ਰਾਜਾ ਵੀ ਕਿਹਾ ਜਾਂਦਾ, ਬਾਦਸ਼ਾਹ ਕਿਹਾ ਜਾਂਦਾ। ਮੁਹੰਮਦ ਬਿਨ ਤੁਗਲਕ ਗਿਆਸੁਦੀਨ ਤੁਗਲਕ ਦਾ ਪੁੱਤਰ ਸੀ। ਹੇਠ ਲਿਖਿਆਂ ਵਿੱਚੋਂ ਕਿਹੜੇ ਸਮਰਾਟ ਨੇ ਸਿੰਚਾਈ ਤੇ ਲੋਕ ਨਿਰਮਾਣ ਦੇ ਕੰਮਾਂ ਵੱਲ ਵਿਸ਼ੇਸ਼ ਧਿਆਨ ਦਿੱਤਾ? ਗਿਆਸੁਦੀਨ ਤੁਗਲਕ, ਅਲਾਉਦੀਨ ਖਿਲਜੀ, ਮੁਹੰਮਦ ਬਿਨ ਤੁਗਲਕ, ਫਿਰੋਜ਼ ਤੁਗਲਕ। ਕਿਸ ਨੇ ਸਿੰਚਾਈ ਤੇ ਲੋਕ ਨਿਰਮਾਣ ਵੱਲ ਧਿਆਨ ਦਿੱਤਾ ਸੀ ਜੀ? ਫਿਰੋਜ਼ ਸ਼ਾਹ ਤੁਗਲਕ। ਫਿਰੋਜ਼ ਸ਼ਾਹ ਤੁਗਲਕ ਨੇ ਸਿੰਚਾਈ ਵਿਭਾਗ ਦੀ ਸਥਾਪਨਾ ਕੀਤੀ ਸੀ ਤੇ ਵਿਸ਼ੇਸ਼ ਧਿਆਨ ਦਿੱਤਾ ਸੀ। ਦਿੱਲੀ ਸਲਤਨਤ ਕਾਲ ਵਿੱਚ ਸਭ ਤੋਂ ਪਹਿਲਾਂ ਨਹਿਰਾਂ ਦਾ ਨਿਰਮਾਣ ਕਿਸ ਨੇ ਕਰਾਇਆ ਸੀ? ਦਿੱਲੀ ਸਲਤਨਤ ਕਾਲ ਵਿੱਚ ਉਹ ਕਰਾਇਆ ਸੀ ਫਿਰੋਜ਼ ਸ਼ਾਹ ਤੁਗਲਕ ਨੇ। ਕਿਸ ਨੇ ਕਰਾਇਆ ਸੀ ਜੀ? ਫਿਰੋਜ਼ ਸ਼ਾਹ ਤੁਗਲਕ ਨੇ। ਨੈਕਸਟ ਕਰਾਂਗੇ ਜੀ ਦਿੱਲੀ ਸਲਤਨਤ ਦੀ ਪਹਿਲੀ ਮਹਿਲਾ ਸ਼ਾਸਕ ਕੌਣ ਸੀ? ਜੀ? ਨੂਰਜਹਾਂ, ਰਜ਼ੀਆ ਸੁਲਤਾਨ, ਮੁਲਤਾਨ ਬੇਗਮ ਤੇ ਦੁਰਗਾਵਤੀ। ਸੋ ਰਾਈਟ ਹੈ ਜੀ ਰਜ਼ੀਆ ਸੁਲਤਾਨ। ਰਜ਼ੀਆ ਸੁਲਤਾਨ ਕਿਸ ਦੀ ਪੁੱਤਰੀ ਸੀ? ਇਲਤੁਤਮਿਸ਼ ਦੀ ਪੁੱਤਰੀ ਸੀ। ਉਸ ਦਾ ਇਸਤਰੀ ਹੋਣਾ ਤੇ ਤੁਰਕ ਸਰਦਾਰਾਂ ਦਾ ਅਸੰਤੋਸ਼ ਰਾਜਿਆਂ ਦੇ ਪਤਨ ਦਾ ਕਾਰਨ ਮੰਨਿਆ ਜਾਂਦਾ। ਰਜ਼ੀਆ ਸੁਲਤਾਨ ਦਾ ਜਨਮ 1205 ਦੇ ਵਿੱਚ ਹੋਇਆ ਸੀ। ਉਸਨੇ 1236 ਤੋਂ 1240 ਤੱਕ ਰਾਜ ਕੀਤਾ। ਇਸ ਦਾ ਸੰਬੰਧ ਗੁਲਾਮ ਵੰਸ਼ ਨਾਲ ਸੀ। ਇਸ ਦੇ ਪਿਤਾ ਦਾ ਨਾਮ ਕੀ ਸੀ? ਇਲਤੁਤਮਿਸ਼। ਰਜ਼ੀਆ ਸੁਲਤਾਨ ਨੂੰ ਦਿੱਲੀ ਦੇ ਸੁਲਤਾਨਾਂ ਦੀ ਘੋਸ਼ਣਾ ਉਸ ਦੇ ਪਿਤਾ ਨੇ ਗਵਾਲੀਅਰ ਤੋਂ ਵਾਪਸ ਆ ਕੇ ਕੀਤੀ ਸੀ। ਘੋਸ਼ਣਾ ਕਰਨ ਦੇ ਨਾਲ ਚਾਂਦੀ ਦੇ ਸਿੱਕਿਆਂ ਉੱਪਰ ਉਸ ਦਾ ਨਾਮ ਵੀ ਅੰਕਿਤ ਕੀਤਾ ਸੀ। ਵੀਡੀਓ ਨੂੰ ਵੱਧ ਤੋਂ ਵੱਧ ਲਾਈਕ, ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਜੀ। ਇਸ ਤੋਂ ਇਲਾਵਾ ਤੁਸੀਂ ਸਾਡੇ WhatsApp ਗਰੁੱਪ ਦੇ ਵਿੱਚ ਸ਼ਾਮਲ ਹੋ ਸਕਦੇ ਹੋ, ਜਿਸ ਦੇ ਵਿੱਚ ਤੁਹਾਡੇ ਹਰ ਰੋਜ਼ ਟੈਸਟ ਤੇ PDF ਤੁਹਾਨੂੰ ਮੁਹੱਈਆ ਕਰਵਾਈਆਂ ਜਾਣਗੀਆਂ। ਆਗਰਾ ਸ਼ਹਿਰ ਦਾ ਸੰਸਥਾਪਕ ਕੌਣ ਸੀ? ਆਗਰਾ ਸ਼ਹਿਰ ਜਿੱਥੇ ਤਾਜ ਮਹਿਲ ਹੈ, ਉਸ ਸ਼ਹਿਰ ਦੀ ਸਥਾਪਨਾ ਕਿਸ ਨੇ ਕੀਤੀ ਸੀ? ਅਲਾਉਦੀਨ ਖਿਲਜੀ, ਮੁਹੰਮਦ ਬਿਨ ਤੁਗਲਕ, ਫਿਰੋਜ਼ ਤੁਗਲਕ ਤੇ ਸਿਕੰਦਰ ਲੋਧੀ। ਸੋ ਰਾਈਟ ਹੈ ਜੀ
ਸਿਕੰਦਰ ਲੋਧੀ। ਸਿਕੰਦਰ ਲੋਧੀ ਨੇ 1504 ਦੇ ਵਿੱਚ ਆਗਰਾ ਸ਼ਹਿਰ ਦੀ ਸਥਾਪਨਾ ਕੀਤੀ। ਆਗਰਾ ਸ਼ਹਿਰ 1526 ਤੋਂ 1658 ਤੱਕ ਮੁਗਲ ਸਾਮਰਾਜ ਦੀ ਰਾਜਧਾਨੀ ਵੀ ਰਿਹਾ। ਅੱਜ ਵੀ ਆਗਰਾ ਮੁਗਲ ਕਾਲ ਦੀ ਇਮਾਰਤਾਂ ਕਾਰਨ ਪ੍ਰਸਿੱਧ ਹੈ। ਬਾਬਰ ਨੇ ਇੱਥੇ ਆਇਤਾਕਾਰ ਅਤੇ ਵਰਗਾਕਾਰ ਬਾਗਾਂ ਦਾ ਨਿਰਮਾਣ ਕਰਵਾਇਆ ਸੀ। ਇਹ ਸ਼ਹਿਰ ਅੱਜ ਉੱਤਰ ਪ੍ਰਦੇਸ਼ ਵਿੱਚ ਜਮਨਾ ਨਦੀ ਦੇ ਕਿਨਾਰੇ 'ਤੇ ਵਸਿਆ ਹੋਇਆ ਹੈ। ਇੱਥੇ ਆਗਰੇ ਦਾ ਕਿਲ੍ਹਾ, ਤਾਜ ਮਹਿਲ ਅਤੇ ਮਕਬਰਾ, ਅਕਬਰ ਦਾ ਮਕਬਰਾ, ਕਾਫੀ ਮਹੱਤਵਪੂਰਨ ਇਮਾਰਤਾਂ ਬਣੀਆਂ ਹੋਈਆਂ ਆਗਰਾ ਦੇ ਵਿੱਚ। ਲੋਧੀ ਵੰਸ਼ ਦੇ ਸਮਰਾਟ ਸੀ ਜੋ ਸਿਕੰਦਰ ਲੋਧੀ। ਸਿਕੰਦਰ ਲੋਧੀ ਨੇ ਇਸ ਦਾ ਨਿਰਮਾਣ ਕਰਵਾਇਆ ਸੀ ਅਤੇ ਸਿਕੰਦਰ ਲੋਧੀ ਨੂੰ ਲੋਧੀ ਵੰਸ਼ ਦਾ ਸਭ ਤੋਂ ਮਹਾਨ ਸਮਰਾਟ ਵੀ ਮੰਨਿਆ ਜਾਂਦਾ ਹੈ। ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕ ਦੀ ਸਥਾਪਨਾ ਕਿਸ ਨੇ ਕੀਤੀ? ਭਗਤ ਸਿੰਘ, ਸੁਭਾਸ਼ ਚੰਦਰ ਬੋਸ, ਵਿਨਾਇਕ ਦਾਮੋਦਰ ਸਾਵਰਕਰ, ਜੈ ਪ੍ਰਕਾਸ਼ ਨਾਰਾਇਣ। ਕਿਸ ਨੇ ਕੀਤੀ ਸੀ ਜੀ? ਭਗਤ ਸਿੰਘ, ਰਾਈਟ ਆਨਸਰ। ਭਗਤ ਸਿੰਘ ਇਹ ਪਾਰਟੀ ਆਜ਼ਾਦੀ ਤੋਂ ਪਹਿਲਾਂ ਉੱਤਰ ਭਾਰਤ ਦੀ ਪ੍ਰਮੁੱਖ ਕ੍ਰਾਂਤੀਕਾਰੀ ਪਾਰਟੀ ਸੀ, ਜਿਸ ਦਾ ਉਦੇਸ਼ ਸੀ ਅੰਗਰੇਜ਼ਾਂ ਤੋਂ ਆਜ਼ਾਦ ਕਰਾਉਣਾ। ਭਗਤ ਸਿੰਘ ਨੇ 1924 ਵਿੱਚ ਕਾਨਪੁਰ ਦੀ ਧਰਤੀ 'ਤੇ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕ ਦਾ ਗਠਨ ਕੀਤਾ। ਇਸ ਦਾ ਅਧਿਅਕਸ਼ ਰਾਮ ਪ੍ਰਸਾਦ ਬਿਸਮਿਲ ਨੂੰ ਬਣਾਇਆ ਗਿਆ ਸੀ। ਚੰਦਰ ਸ਼ੇਖਰ ਆਜ਼ਾਦ ਨੇ ਦਿੱਲੀ ਵਿੱਚ 1928 ਵਿੱਚ ਇਸ ਦਾ ਨਾਮ ਬਦਲ ਕੇ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕ ਐਸੋਸੀਏਸ਼ਨ ਰੱਖ ਦਿੱਤਾ ਸੀ। ਸੋ ਅੱਗੇ ਕਰਾਂਗੇ ਜੀ। ਮੁਹੰਮਦ ਬਿਨ ਤੁਗਲਕ ਨੇ ਦਿੱਲੀ ਤੋਂ ਆਪਣੀ ਰਾਜਧਾਨੀ ਕਿਹੜੇ ਸਥਾਨ ਨੂੰ ਬਣਾਇਆ ਸੀ? ਆਪਾਂ ਪਹਿਲਾਂ ਹੀ ਪੜ੍ਹ ਚੁੱਕੇ ਹਾਂ। ਮੁਹੰਮਦ ਬਿਨ ਤੁਗਲਕ, ਜਿਸ ਨੂੰ ਪੜ੍ਹਿਆ ਲਿਖਿਆ ਮੂਰਖ ਬਾਦਸ਼ਾਹ ਕਿਹਾ ਜਾਂਦਾ ਹੈ, ਉਸਨੇ ਆਪਣੀ ਰਾਜਧਾਨੀ ਦਿੱਲੀ ਤੋਂ ਬਦਲ ਕੇ ਕਿਹੜੇ ਸਥਾਨ ਨੂੰ ਬਣਾਇਆ ਸੀ? ਇਲਾਹਾਬਾਦ, ਦੌਲਤਾਬਾਦ, ਔਰੰਗਾਬਾਦ, ਸਹਾਰਨਪੁਰ। ਸੋ ਆਪਣਾ ਰਾਈਟ ਆਨਸਰ ਹੈ ਜੀ ਦੌਲਤਾਬਾਦ। ਮੁਹੰਮਦ ਬਿਨ ਤੁਗਲਕ ਨੇ ਦਿੱਲੀ ਤੋਂ ਆਪਣੀ ਰਾਜਧਾਨੀ ਦੌਲਤਾਬਾਦ ਨੂੰ ਬਣਾਇਆ। ਕਿਹਾ ਜਾਂਦਾ ਹੈ ਕਿ ਦੌਲਤਾਬਾਦ ਨੂੰ ਉਹ ਆਪਣੀ ਮੁਸਲਿਮ ਸੰਸਕ੍ਰਿਤੀ ਦਾ ਕੇਂਦਰ ਬਣਾਉਣਾ ਚਾਹੁੰਦਾ ਸੀ। ਮੁਹੰਮਦ ਬਿਨ ਤੁਗਲਕ ਨੇ ਦੇਵਗਿਰੀ ਦਾ ਨਾਮ ਬਦਲ ਕੇ ਦੌਲਤਾਬਾਦ ਰੱਖ ਦਿੱਤਾ ਸੀ। ਇਹ ਖੇਤਰ ਹੈ ਜੋ ਉੱਤਰ ਅਤੇ ਦੱਖਣੀ ਭਾਰਤ ਦੇ ਮੱਧ ਵਿੱਚ ਪੈਂਦਾ ਹੈ। ਇਸ ਨੂੰ ਮੁਹੰਮਦ ਬਿਨ ਤੁਗਲਕ ਨੇ ਆਪਣੀ ਰਾਜਧਾਨੀ ਬਣਾਇਆ। ਦਿੱਲੀ ਦੀ ਸਾਰੀ ਜਨਤਾ ਨੂੰ ਦੌਲਤਾਬਾਦ ਚੱਲਣ ਦਾ ਆਦੇਸ਼ ਦਿੱਤਾ, ਪਰ ਉੱਥੋਂ ਦੀ ਖਰਾਬ ਸਥਿਤੀ ਅਤੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਵੇਖਦਿਆਂ ਕੁਝ ਹੀ ਸਾਲਾਂ ਬਾਅਦ ਦੁਬਾਰਾ ਦਿੱਲੀ ਨੂੰ ਰਾਜਧਾਨੀ ਬਣਾਇਆ ਗਿਆ ਸੀ। ਚਾਂਦੀ ਦਾ ਸਿੱਕਾ ਟੰਕਾ ਕਿਸ ਨੇ ਚਲਾਇਆ ਸੀ? ਕੁਤਬਦੀਨ ਐਬਕ, ਇਲਤੁਤਮਿਸ਼, ਬਲਬਨ, ਬਹਿਰਾਮ ਸ਼ਾਹ। ਕਿਸ ਨੇ ਚਲਾਇਆ ਸੀ ਜੀ? ਇਲਤੁਤਮਿਸ਼, ਰਾਈਟ ਹੈ। ਇਲਤੁਤਮਿਸ਼ ਨੇ ਚਲਾਇਆ ਸੀ। ਇਹ ਟੰਕਿਆਂ ਪਰ ਉਸਨੇ ਆਪਣੀ ਪੁੱਤਰੀ ਰਜੀਆ ਦਾ ਨਾਮ ਵੀ ਲਿਖਵਾਇਆ ਸੀ, ਜੋ ਕਿ ਉਸਦੀ ਸੁਲਤਾਨ ਜਦੋਂ ਘੋਸ਼ਿਤ ਕੀਤਾ ਸੀ ਉਸ ਸਮੇਂ ਟੰਕਾਂ ਦੇ ਉੱਪਰ ਉਸ ਦਾ ਨਾਮ ਵੀ ਅੰਕਿਤ ਕਰਵਾਇਆ ਸੀ। ਕਿਸ ਨੇ? ਇਲਤੁਤਮਿਸ਼ ਨੇ। ਇਲਤੁਤਮਿਸ਼ ਨੇ ਚਾਂਦੀ ਦਾ ਜੋ ਸਿੱਕਾ ਚਲਾਇਆ ਸੀ ਟੰਕਾ ਦੇ ਨਾਮ ਨਾਲ ਜਾਣਿਆ ਜਾਂਦਾ। ਇਸ ਪ੍ਰਕਾਰ ਇਲਤੁਤਮਿਸ਼ ਦਿੱਲੀ ਸਲਤਨਤ ਦਾ ਪਹਿਲਾ ਸਮਰਾਟ ਸੀ ਜਿਸ ਨੇ ਟੰਕਾ ਤੇ ਜੀਤਲ ਨਾਮ ਦੇ ਸਿੱਕੇ ਚਲਾਏ। ਇਲਤੁਤਮਿਸ਼ ਦਿੱਲੀ ਸਲਤਨਤ ਦਾ ਪਹਿਲਾ ਸਮਰਾਟ ਸੀ ਜਿਸ ਨੇ ਸ਼ੁੱਧ ਅਰਬੀ ਲਿਪੀ ਵਿੱਚ ਆਪਣਾ ਸਿੱਕਾ ਚਲਾਇਆ ਸੀ। ਪੋਲੋ ਜਾਂ ਚੌਗਾਨ ਖੇਡਦੇ ਸਮੇਂ ਕਿਸ ਦੀ ਮੌਤ ਹੋਈ? ਚੌਗਾਨ ਇੱਕ ਖੇਡ ਹੈ ਜੀ। ਖੇਡਦੇ ਸਮੇਂ ਕਿਸ ਦੀ ਮੌਤ ਹੋਈ ਸੀ? ਬਲਬਨ, ਇਲਤੁਤਮਿਸ਼, ਕੁਤਬਦੀਨ ਐਬਕ, ਨਾਸੀਰੁਦੀਨ ਮਹਿਮੂਦ। ਸੋ ਰਾਈਟ ਆਨਸਰ ਆਪਣਾ ਜੀ ਕੁਤਬਦੀਨ ਐਬਕ। ਕੁਤਬਦੀਨ ਐਬਕ ਦੀ ਜੋ ਮੌਤ ਹੋਈ ਸੀ ਚੌਗਾਨ ਖੇਡਦੇ ਸਮੇਂ ਹੋਈ ਸੀ। ਗੁਲਾਮ ਵੰਸ਼ ਦੇ ਸੰਸਥਾਪਕ ਕੁਤਬਦੀਨ ਐਬਕ ਦੀ ਮੌਤ 1210 ਵਿੱਚ। ਕਦੋਂ ਹੋਈ ਸੀ ਜੀ? 1210 ਵਿੱਚ।
ऐबक ਨੂੰ ਲਾਹੌਰ ਵਿੱਚ ਦਫਨਾਇਆ ਗਿਆ ਤੇ ਲਾਹੌਰ ਨੂੰ ਹੀ ਇਸ ਦੀ ਰਾਜਧਾਨੀ ਬਣਾਇਆ ਗਿਆ। ਕੁਤਬੁੱਦੀਨ ਐਬਕ ਨੇ ਸਿਰਫ 4 ਸਾਲ ਹੀ ਰਾਜ ਕੀਤਾ ਸੀ। ਇਹ ਪਹਿਲਾ ਸਮਰਾਟ ਸੀ। ਪਹਿਲਾਂ ਮੁਹੰਮਦ ਗੌਰੀ ਦੇ ਸੈਨਿਕ ਮੁਹਿੰਮਾਂ ਵਿੱਚ ਸਹਾਇਕ ਬਣਿਆ ਸੀ। ਕੁਤਬੁੱਦੀਨ ਐਬਕ ਨੂੰ ਦਿੱਲੀ ਨੂੰ ਆਪਣੀ ਰਾਜਧਾਨੀ ਬਣਾਇਆ। ਐਬਕ ਗੁਲਾਮ ਵੰਸ਼ ਦਾ ਸੰਸਥਾਪਕ ਹੈ। ਕੁਤਬ ਮੀਨਾਰ ਦਾ ਨਿਰਮਾਣ ਕਰਵਾਇਆ ਸੀ ਇਸ ਨੇ। ਇਸ ਦਾ ਜੋ ਮਕਬਰਾ ਉਹ ਕਿੱਥੇ ਆ? ਲਾਹੌਰ ਦੇ ਵਿੱਚ ਹੈ। ਇਹ ਤੁਰਕਸਤਾਨ ਦਾ ਨਿਵਾਸੀ ਸੀ। ਨੈਕਸਟ ਕਰਾਂਗੇ ਜੀ, ਦਿੱਲੀ ਸਲਤਨਤ ਦੀ ਰਾਜ ਭਾਸ਼ਾ ਕਿਹੜੀ ਸੀ? ਉਰਦੂ, ਹਿੰਦੀ, ਅਰਬੀ ਤੇ ਫਾਰਸੀ। ਕਿਹੜੀ ਭਾਸ਼ਾ ਸੀ ਜੀ ਦਿੱਲੀ ਸਲਤਨਤ ਦੀ ਰਾਜ ਭਾਸ਼ਾ? ਫਾਰਸੀ। ਰਾਈਟ ਹੈ ਜੀ, ਫਾਰਸੀ। ਦਿੱਲੀ ਸਲਤਨਤ ਦੀ ਰਾਜ ਭਾਸ਼ਾ ਫਾਰਸੀ ਸੀ। ਭਾਰਤ ਵਿੱਚ ਫਾਰਸੀ ਦੇ ਸਥਾਨ ਤੇ ਅੰਗਰੇਜ਼ੀ ਭਾਸ਼ਾ ਨੂੰ ਸਿੱਖਿਆ ਦਾ ਮਾਧਿਅਮ 7 ਮਾਰਚ 1835 ਈਸਵੀ ਨੂੰ ਬਣਾਇਆ ਗਿਆ ਸੀ। ਅੰਗਰੇਜ਼ੀ ਭਾਸ਼ਾ ਨੂੰ ਮਾਧਿਅਮ ਬਣਾਉਣ ਵਿੱਚ ਰਾਜਾ ਰਾਮ ਮੋਹਨ ਰਾਏ ਦਾ ਯੋਗਦਾਨ ਵੀ ਸਲਾਹੁਣਯੋਗ ਹੈ। ਹੰਪੀ ਕਾਫੀ ਮਹੱਤਵਪੂਰਨ ਹੈ ਜੀ। ਹੰਪੀ ਕਿਸ ਦੀ ਰਾਜਧਾਨੀ ਸੀ? ਬ੍ਰਾਹਮਣੀ ਸਾਮਰਾਜ ਦੀ, ਚੌਲ ਵੰਸ਼ ਦੀ, ਚਾਲੁਕਿਆ ਵੰਸ਼ ਦੀ, ਵਿਜੇਨਗਰ ਸਾਮਰਾਜ ਦੀ। ਸੋ ਹੰਪੀ ਕਿਸ ਦੀ ਰਾਜਧਾਨੀ ਸੀ ਜੀ? ਵਿਜੇਨਗਰ ਸਾਮਰਾਜ ਦੀ। ਰਾਈਟ ਹੈ ਜੀ, ਵਿਜੇਨਗਰ। ਹੰਪੀ ਵਿਜੇਨਗਰ ਦੀ ਰਾਜਧਾਨੀ ਸੀ। ਇਹ ਵਰਤਮਾਨ ਸਮੇਂ ਕਰਨਾਟਕ ਦੇ ਬੇਲਾਰੀ ਜ਼ਿਲ੍ਹੇ ਵਿੱਚ ਸਥਿਤ ਹੈ। ਇੱਥੋਂ ਬ੍ਰਾਹਮਣੀ ਸਾਮਰਾਜ ਦੇ ਅਵਸ਼ੇਸ਼ ਵਿਸ਼ੇਸ਼ ਤੌਰ 'ਤੇ ਸਥਾਪਨਾ ਕਦੋਂ ਕੀਤੀ ਸੀ ਜੀ? 1337 ਵਿੱਚ ਸੰਗਮ ਰਾਜਵੰਸ਼ ਦੇ 2 ਭਰਾਵਾਂ ਹਰੀਹਰ ਰਾਏ ਤੇ ਬੁੱਕਾ ਰਾਏ ਨੇ। ਵਿਜੇਨਗਰ ਦੀ ਸਥਾਪਨਾ ਕਿਸ ਨੇ ਕੀਤੀ ਸੀ ਜੀ? ਹਰੀਹਰ ਤੇ ਬੁੱਕਾ ਰਾਏ ਨੇ ਕੀਤੀ ਸੀ। ਇਸ ਵੰਸ਼ ਦਾ ਅੰਤਿਮ ਰਾਜਾ ਸਿਰੰਗ ਸੀ ਜੋ ਨਿਰੂਮਾਲਾ ਦੇਵ ਰਾਏ ਦਾ ਪੁੱਤਰ ਸੀ। ਵਿਜੇਨਗਰ ਸਾਮਰਾਜ ਦਾ ਪਹਿਲਾ ਰਾਜਾ ਬੁੱਕਾ ਰਾਏ, ਹਰੀਹਰ, ਕ੍ਰਿਸ਼ਨ ਦੇਵ ਰਾਏ, ਰਾਮਦੇਵ ਰਾਏ। ਸੋ ਪਹਿਲਾ ਜੋ ਸਮਰਾਟ ਸੀ ਉਹ ਕੌਣ ਸੀ ਜੀ? ਹਰੀਹਰ। ਰਾਈਟ ਹੈ ਜੀ, ਹਰੀਹਰ ਸੀ। ਵਿਜੇਨਗਰ ਸਾਮਰਾਜ ਦੀ ਸਥਾਪਨਾ ਮੁਹੰਮਦ ਬਿਨ ਤੁਗਲਕ ਦੇ ਸ਼ਾਸਕ ਕਾਲ ਵਿੱਚ 1337 ਵਿੱਚ ਦੱਖਣੀ ਭਾਰਤ ਦੀ ਧਰਤੀ 'ਤੇ ਹੋਈ। ਵਿਜੇਨਗਰ ਸਾਮਰਾਜ ਦੀ ਸਥਾਪਨਾ ਹਰੀਹਰ ਤੇ ਬੁੱਕਾ ਨਾਮਕ 2 ਭਾਈਆਂ ਨੇ ਕੀਤੀ ਸੀ। ਇਹਨਾਂ ਦੇ ਪਿਤਾ ਦਾ ਨਾਮ ਕੀ ਸੀ? ਸੰਗਮ। ਵਿਜੇਨਗਰ ਰਾਜਵੰਸ਼ ਨੂੰ ਸੰਗਮ ਰਾਜਵੰਸ਼ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਕਿਹੜੇ ਯੁੱਧ ਵਿੱਚ ਵਿਜੇਨਗਰ ਸਾਮਰਾਜ ਦਾ ਪਤਨ ਹੋਇਆ? ਤਾਲੀਕੋਟਾ ਦਾ ਯੁੱਧ, ਤਾਕੁਲਮ ਦਾ ਯੁੱਧ, ਕਾਨਵਾ ਦਾ ਯੁੱਧ, ਪਾਣੀਪਤ ਦਾ ਯੁੱਧ। ਸੋ ਕਿਹੜੇ ਯੁੱਧ ਦੇ ਵਿੱਚ ਵਿਜੇਨਗਰ ਸਾਮਰਾਜ ਦਾ ਪਤਨ ਹੋਇਆ ਸੀ ਜੀ? ਉਹ ਰਾਈਟ ਹੈ ਆਪਣਾ ਤਾਲੀਕੋਟਾ ਦਾ ਯੁੱਧ। ਤਾਲੀਕੋਟਾ ਦਾ ਯੁੱਧ 23 ਜਨਵਰੀ 1565 ਵਿੱਚ ਕਦੋਂ ਹੋਇਆ ਸੀ ਜੀ? 1565 ਵਿੱਚ ਹੋਇਆ। ਇਹ ਯੁੱਧ ਰਾਖਸ਼ਸ ਤੰਗੜੀ ਨਾਮਕ ਪਿੰਡ ਦੇ ਨਜ਼ਦੀਕ ਲੜਿਆ ਗਿਆ ਸੀ ਜੋ ਕਿ ਅੱਜ ਕੱਲ੍ਹ ਕਰਨਾਟਕ ਦੇ ਵਿੱਚ ਹੈ। ਤਾਲੀਕੋਟਾ ਦੇ ਯੁੱਧ ਵਿੱਚ ਵਿਜੇਨਗਰ ਸਾਮਰਾਜ ਦਾ ਪਤਨ ਹੋਇਆ। ਦੱਖਣੀ ਭਾਰਤ ਦੇ 4 ਮੁਸਲਿਮ ਰਾਜਾਂ ਨੇ ਵਿਜੇਨਗਰ ਦੀ ਧਰਤੀ 'ਤੇ ਹਮਲਾ ਕੀਤਾ। ਇਸ ਨੂੰ ਅਸੀਂ ਤਾਲੀਕੋਟਾ ਦੇ ਨਾਮ ਨਾਲ ਵੀ ਜਾਣਦੇ ਹਾਂ। ਕਦੋਂ ਹੋਇਆ ਸੀ ਜੀ? 23 ਜਨਵਰੀ 1565 ਦੇ ਵਿੱਚ। ਕ੍ਰਿਸ਼ਨ ਦੇਵ ਰਾਏ ਦੇ ਦਰਬਾਰ ਵਿੱਚ ਅਸ਼ਟਦਿਗਜ ਕੌਣ ਸੀ? 8 ਮੰਤਰੀ, 8 ਮਹਾਨ ਸੈਨਾਪਤੀ, 8 ਸਲਾਹਕਾਰ, 8 ਤੇਲਗੂ ਕਵੀ। ਸੋ ਅਸ਼ਟਦਿਗਜ ਕਿਹਨਾਂ ਨੂੰ ਕਿਹਾ ਗਿਆ? ਕਿਹਨਾਂ ਨੂੰ ਕਿਹਾ ਗਿਆ ਜੀ ਅਸ਼ਟਦਿਗਜ? ਤੇਲਗੂ ਕਵੀਆਂ ਨੂੰ, 8 ਤੇਲਗੂ ਕਵੀਆਂ ਨੂੰ। ਰਾਈਟ ਹੈ ਜੀ। 8 ਉਸ ਦੇ ਦਰਬਾਰ ਵਿੱਚ 8 ਤੇਲਗੂ ਕਵੀ ਸੀ ਜੋ ਕਿ ਦਰਬਾਰ ਦੀ ਸ਼ੋਭਾ ਵਧਾਉਂਦੇ ਸੀ। ਕ੍ਰਿਸ਼ਨ ਦੇਵ ਰਾਏ ਨੇ ਭੋਜ ਦੀ ਉਪਾਧੀ ਵੀ ਧਾਰਨ ਕੀਤੀ ਸੀ। ਆਂਧਰ ਭੋਜ ਦੀ ਉਪਾਧੀ ਵੀ ਧਾਰਨ ਕੀਤੀ ਸੀ। ਗੋਲਕੁੰਡਾ ਦੇ ਰਾਜਾ ਕੀ ਕਹਾਉਂਦੇ ਸਨ? ਨਿਜ਼ਾਮ ਸ਼ਾਹੀ,
ਆਦਿਲ ਸ਼ਾਹੀ, ਕੁਤਬ ਸ਼ਾਹੀ, ਇਮਾਮ ਸ਼ਾਹੀ। ਕੀ ਕਹਾਉਂਦੇ ਸੀ ਜੀ? ਕੁਤਬ ਸ਼ਾਹੀ। ਰਾਈਟ ਹੈ ਜੀ, ਕੁਤਬ ਸ਼ਾਹੀ। ਗੋਲਕੁੰਡਾ ਦੇ ਰਾਜਾ ਕੁਤਬ ਸ਼ਾਹੀ ਕਹਾਉਂਦੇ ਸੀ। ਗੋਲਕੁੰਡਾ ਵਿੱਚ ਕੁਤਬ ਸ਼ਾਹੀ ਰਾਜਵੰਸ਼ ਦੀ ਸਥਾਪਨਾ 1512 ਵਿੱਚ ਕੀਤੀ ਸੀ। ਜੋ ਮਹੱਤਵਪੂਰਨ ਨਿਜ਼ਾਮ ਸ਼ਾਹੀ, ਆਦਿਲ ਸ਼ਾਹੀ ਉਹ ਅਲੱਗ ਸੀ। ਕੁਤਬ ਸ਼ਾਹੀ ਸੀ ਜੋ ਗੋਲਕੁੰਡਾ ਦੇ ਰਾਜਾ ਨੂੰ ਕਿਹਾ ਜਾਂਦਾ ਸੀ। ਵੀਡੀਓ ਨੂੰ ਵੱਧ ਤੋਂ ਵੱਧ ਲਾਈਕ, ਕਮੈਂਟ ਅਤੇ ਸ਼ੇਅਰ ਜ਼ਰੂਰ ਕਰਨਾ ਜੀ। ਅਤੇ ਕੱਲ੍ਹ ਨੂੰ ਸਾਡੇ WhatsApp ਗਰੁੱਪ ਦੇ ਵਿੱਚ ਇਸ ਸੀਰੀਜ਼ ਦੇ ਟੈਸਟ ਵਿੱਚ ਜ਼ਰੂਰ ਪਾਰਟੀਸਪੇਟ ਕਰਨਾ। ਗੁਰੂ ਨਾਨਕ ਦੇਵ ਜੀ ਦਾ ਜਨਮ ਸਥਾਨ ਕਿਹੜਾ ਹੈ? ਅੰਮ੍ਰਿਤਸਰ, ਤਲਵੰਡੀ ਸਾਬੋ, ਲਾਹੌਰ, ਕਰਤਾਰਪੁਰ। ਸੋ ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਪਹਿਲੇ ਗੁਰੂ ਹੋਏ ਨੇ। ਉਹਨਾਂ ਦਾ ਜੋ ਜਨਮ ਸਥਾਨ ਹੈ ਉਹ ਕਿਹੜਾ ਜੀ? ਕਮੈਂਟ ਦੇ ਵਿੱਚ ਜ਼ਰੂਰ ਦੱਸਣਾ ਜੀ। ਬਿਲਕੁਲ ਈਜ਼ੀ ਹੈ। ਰਾਈਟ ਆਨਸਰ ਹੈ ਆਪਣਾ ਤਲਵੰਡੀ ਸਾਬੋ। ਤਲਵੰਡੀ ਸਾਬੋ। ਗੁਰੂ ਨਾਨਕ ਦੇਵ ਜੀ ਦਾ ਜਨਮ 1469 ਵਿੱਚ ਤਲਵੰਡੀ ਸਾਬੋ ਮਹਿਤਾ ਕਾਲੂ ਜੀ ਦੇ ਘਰ ਹੋਇਆ। ਮਾਤਾ ਦਾ ਨਾਮ ਸੀ ਤ੍ਰਿਪਤਾ ਦੇਵੀ ਜੀ। ਅੱਜ ਕੱਲ੍ਹ ਇਹ ਸਥਾਨ ਨਨਕਾਣਾ ਸਾਹਿਬ ਪਾਕਿਸਤਾਨ ਦੇ ਵਿੱਚ ਹੈ। ਭਗਤੀ ਅੰਦੋਲਨ ਦਾ ਜਨਮਦਾਤਾ ਕਿਸ ਨੂੰ ਮੰਨਿਆ ਜਾਂਦਾ ਹੈ? ਰਾਮਾਨੁਜਾਚਾਰੀਆ, ਸ਼ੰਕਰਾਚਾਰੀਆ, ਗੁਰੂ ਨਾਨਕ ਦੇਵ ਜੀ, ਮਾਧਵਚਾਰੀਆ। ਸੋ ਕਿਸ ਨੂੰ ਮੰਨਿਆ ਜਾਂਦਾ ਜੀ ਭਗਤੀ ਅੰਦੋਲਨ ਦਾ ਜਨਮਦਾਤਾ? ਸੋ ਆਪਣਾ ਰਾਈਟ ਆਨਸਰ ਹੈ ਜੀ ਰਾਮਾਨੁਜਾਚਾਰੀਆ। ਰਾਮਾਨੁਜਾਚਾਰੀਆ ਨੂੰ ਮੰਨਿਆ ਜਾਂਦਾ ਹੈ। ਰਾਮਾਨੁਜਾਚਾਰੀਆ ਭਗਤੀ ਅੰਦੋਲਨ ਦੇ ਸਭ ਤੋਂ ਪੁਰਾਣੇ ਭਗਤ ਹੋਇਆ। ਭਗਤੀ ਅੰਦੋਲਨ ਦਾ ਆਰੰਭ ਦੱਖਣੀ ਭਾਰਤ ਦੇ ਤਾਮਿਲ ਖੇਤਰ ਤੋਂ ਹੋਇਆ। ਭਗਤੀ ਅੰਦੋਲਨ ਦਾ ਆਰੰਭ ਕਿਹਨਾਂ ਦੁਆਰਾ ਕੀਤਾ ਗਿਆ? ਸੂਫੀ ਸੰਤਾਂ ਦੁਆਰਾ, ਅਲਵਾਰ ਸੰਤਾਂ ਦੁਆਰਾ, ਸੂਰਦਾਸ ਦੁਆਰਾ, ਤੁਲਸੀਦਾਸ ਦੁਆਰਾ। ਸੋ ਆਪਣਾ ਰਾਈਟ ਹੈ ਜੀ ਅਲਵਾਰ ਸੰਤਾਂ ਦੁਆਰਾ। ਭਗਤੀ ਅੰਦੋਲਨ ਦੇ ਉਥਾਨ ਦਾ ਸਭ ਤੋਂ ਪਹਿਲਾਂ ਦਰਾਵਿੜ ਦੇਸ਼ ਵਿੱਚ ਹੋਇਆ ਸੀ। ਉਥਾਨ ਹੋਇਆ ਸੀ ਇਸ ਦਾ ਪ੍ਰਚਾਰ ਉੱਤਰ ਵਿੱਚ ਕੀਤਾ ਗਿਆ। ਭਗਵਾਨ ਪੁਰਾਣ ਵਿੱਚ ਕਿਹਾ ਗਿਆ ਹੈ ਕਿ ਭਗਤੀ ਦਰਾਵਿੜ ਦੇਸ਼ ਵਿੱਚ ਜਨਮੀ, ਕਰਨਾਟਕ ਵਿੱਚ ਵਿਕਸਿਤ ਹੋਈ ਅਤੇ ਕੁਝ ਕਾਲ ਤੱਕ ਮਹਾਰਾਸ਼ਟਰ ਵਿੱਚ ਰਹਿਣ ਤੋਂ ਬਾਅਦ ਗੁਜਰਾਤ ਵਿੱਚ ਪਹੁੰਚੀ। ਕਿਸ ਦੇ ਕਾਲ ਵਿੱਚ ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਦੀ ਸਥਾਪਨਾ ਕੀਤੀ? ਸਿਕੰਦਰ ਲੋਧੀ, ਫਿਰੋਜ਼ ਸ਼ਾਹ ਤੁਗਲਕ, ਹਿਮਾਯੂ, ਅਕਬਰ। ਸੋ ਰਾਈਟ ਹੈ ਜੀ ਸਿਕੰਦਰ ਲੋਧੀ। ਸਿਕੰਦਰ ਲੋਧੀ ਵੰਸ਼ ਦਾ ਸਮਰਾਟ ਸੀ। ਸੋ ਉਸ ਦੇ ਸਮੇਂ ਸਿੱਖ ਧਰਮ ਦੀ ਸਥਾਪਨਾ ਕੀਤੀ ਸੀ। ਲੋਧੀ ਵੰਸ਼ ਦੇ ਸਮੇਂ ਕੀਤੀ। ਗੁਰੂ ਨਾਨਕ ਦੇਵ ਜੀ ਦੇ ਅਨੁਸਾਰ ਪਰਮਾਤਮਾ ਇੱਕ ਹੈ, ਇੱਕ ਤੇ ਸਭ ਥਾਂ 'ਤੇ ਮੌਜੂਦ ਹੈ। ਉਸ ਸਮੇਂ ਮੁਗਲ ਬਾਦਸ਼ਾਹ ਕੌਣ ਸੀ? ਆਇਸ਼ਬਾਦ ਦੇ ਵਿੱਚ ਬਾਬਰ, ਜਿਸ ਦਾ ਵਰਣਨ ਗੁਰੂ ਨਾਨਕ ਦੇਵ ਜੀ ਨੇ ਬਾਬਰ ਬਾਣੀ ਦੇ ਵਿੱਚ ਵੀ ਕੀਤਾ, ਜਦੋਂ ਉਹਨਾਂ ਨੇ ਸੱਯਦਪੁਰ 'ਤੇ ਹਮਲਾ ਕੀਤਾ ਸੀ ਅਤੇ ਲੋਕਾਂ 'ਤੇ ਜ਼ੁਲਮ ਕਰੇ ਸੀ। ਸ਼ਿਵਾਜੀ ਦਾ ਜਨਮ ਕਦੋਂ ਹੋਇਆ? 1607, 22, 15 ਅਤੇ 27। ਕਦੋਂ ਹੋਇਆ ਸੀ ਜੀ ਜਨਮ? 1627 ਦੇ ਵਿੱਚ। ਕਿੱਥੇ ਹੋਇਆ ਸੀ? ਸਿਵਨੇਰ ਦੁਰਗ ਪੂਨਾ ਵਿੱਚ ਹੋਇਆ। ਮਾਤਾ ਦਾ ਨਾਮ ਸੀ ਜੀ ਜੀਜਾਬਾਈ, ਪਿਤਾ ਦਾ ਨਾਮ ਸ਼ਾਹ ਜੀ ਭੋਂਸਲੇ। ਮੌਤ ਕਦੋਂ ਹੋਈ ਸੀ? 1680 ਦੇ ਵਿੱਚ। ਮੌਤ 1680 ਦੇ ਵਿੱਚ ਹੋਈ ਸੀ। ਸ਼ਿਵਾਜੀ ਦਾ ਉੱਤਰਾਧਿਕਾਰੀ? ਸ਼ਿਵਾਜੀ ਦੂਜਾ, ਸੰਤਾਜੀ ਸਾਹੂ। ਸੋ ਕੌਣ ਸੀ ਜੀ ਉਹਨਾਂ ਦਾ ਜੋ ਹੋਇਆ ਸੀ? ਸੰਭਾਜੀ। ਰਾਈਟ ਹੈ ਜੀ ਸੰਭਾਜੀ ਦਾ ਜੋ ਉੱਤਰਾਧਿਕਾਰੀ ਸੀ। ਸੰਭਾਜੀ ਨੂੰ ਔਰੰਗਜ਼ੇਬ ਨੇ ਗ੍ਰਿਫਤਾਰ ਕਰ ਲਿਆ ਸੀ ਅਤੇ ਉਸ ਨੂੰ ਇਸਲਾਮ ਧਰਮ ਕਬੂਲ ਕਰਨ ਦੇ ਲਈ ਕਿਹਾ ਗਿਆ ਸੀ, ਪਰ ਉਹਨਾਂ ਨੇ ਇਸਲਾਮ ਧਰਮ ਕਬੂਲ ਕਰਨ ਤੋਂ ਮਨ੍ਹਾ ਕਰ ਦਿੱਤਾ ਅਤੇ ਉਹਨਾਂ ਦੀ ਹੱਤਿਆ ਕੀਤੀ ਗਈ ਸੀ ਸੰਭਾਜੀ ਦੀ। ਪਾਣੀਪਤ ਦੀ ਤੀਸਰੀ ਲੜਾਈ ਵਿੱਚ ਮਰਾਠਾ ਤੋਪਖਾਨੇ ਦਾ ਕਮਾਂਡਰ ਕੌਣ ਸੀ? ਇਬਰਾਹਿਮ ਖਾਂ ਗਾਰਦੀ, ਮਲਾਰ ਰਾਓ ਹੋਲਕਰ,
ਵਿਸ਼ਵਾਸ ਰਾਓ, ਸਦਾ ਸ਼ਿਵ ਰਾਓ। ਸੋ ਪਾਣੀਪਤ ਦੀਆਂ 3 ਲੜਾਈਆਂ ਹੋਈਆਂ ਨੇ ਜੀ, 1526, 1556 ਤੇ 1761 ਵਿੱਚ। ਤੀਸਰੀ ਲੜਾਈ ਵਿੱਚ ਮਰਾਠਾ ਤੋਪਖਾਨੇ ਦਾ ਜੋ ਕਮਾਂਡਰ ਸੀ ਉਹ ਕੌਣ ਸੀ? ਰਾਈਟ ਹੈ ਜੀ ਆਪਣਾ ਇਬਰਾਹਿਮ ਖਾਂ ਗਾਰਦੀ ਤੋਪਖਾਨੇ ਦਾ ਕਮਾਂਡਰ ਸੀ। ਪਾਣੀਪਤ ਦੀ ਤੀਸਰੀ ਲੜਾਈ 14 ਜਨਵਰੀ 1761 ਵਿੱਚ ਲੜੀ ਗਈ। ਇਸ ਵਿੱਚ ਅਬਦਾਲੀ ਨੇ ਮਰਾਠਾ ਸੈਨਾ ਨੂੰ ਹਰਾਇਆ ਸੀ। ਨੂਰ ਜਹਾਂ ਦਾ ਅਸਲੀ ਨਾਮ ਜੇਬੁਨਿਸਾ, ਮੇਹਰੁਨਿਸਾ, ਫਾਤਿਮਾ ਬੇਗਮ। ਸੋ ਰਾਈਟ ਆਏਗਾ ਜੀ ਆਪਣਾ ਮੇਹਰੁਨਿਸਾ। ਇਹ ਜਹਾਂਗੀਰ ਦੀ ਪਤਨੀ ਸੀ। ਨੂਰ ਜਹਾਂ ਕੌਣ ਸੀ? ਨੂਰ ਜਹਾਂ ਜਹਾਂਗੀਰ ਦੀ ਪਤਨੀ ਸੀ। ਪੂਰਾ ਨਾਮ ਸੀ, ਅਸਲੀ ਨਾਮ ਮੇਹਰੁਨਿਸਾ। ਜਹਾਂਗੀਰ ਨੇ ਆਪਣੇ ਸਿੱਕਿਆਂ 'ਤੇ ਵੀ ਉਸ ਦਾ ਨਾਮ ਤੇ ਆਕ੍ਰਿਤੀ ਅੰਕਿਤ ਕੀਤੀ ਸੀ। ਕਿਸ ਦੀ ਅੰਕਿਤ ਕੀਤੀ ਸੀ? ਨੂਰ ਜਹਾਂ ਦੀ। ਅੱਗੇ ਕਰਾਂਗੇ ਜੀ। ਦਾਰਾ ਸ਼ਿਕੋਹ ਕਿਸ ਸੂਫੀ ਧਾਰਾ ਦਾ ਅਨੁਯਾਈ ਸੀ? ਨਕਸ਼ਬੰਦੀ, ਸੋਹਰਾਵਰਦੀ, ਸਤਾਰੀ ਤੇ ਕਾਦਰੀ। ਰਾਈਟ ਹੈ ਜੀ ਕਾਦਰੀ। ਦਾਰਾ ਸ਼ਿਕੋਹ ਕਾਦਰੀ ਸੂਫੀ ਧਾਰਾ ਦਾ ਅਨੁਯਾਈ ਸੀ। ਇਹ ਮੁੱਲਾ ਸ਼ਾਹ ਬਖਸ਼ੀ ਦਾ ਸ਼ਰਧਾਲੂ ਸੀ। ਦਾਰਾ ਸ਼ਿਕੋਹ ਮੁਗਲ ਰਾਜ ਪਰਿਵਾਰ ਵਿੱਚ ਸਭ ਤੋਂ ਅਧਿਕ ਵਿਦਵਾਨ ਸੀ। ਸੋ ਰਾਈਟ ਆਨਸਰ ਹੈ ਜੀ ਆਪਣਾ ਕਾਦਰੀ। ਸੋ ਇਹ ਸੀ ਅੱਜ ਦੀ ਵੀਡੀਓ ਦੇ 30 ਮਹੱਤਵਪੂਰਨ ਪ੍ਰਸ਼ਨ। ਉਮੀਦ ਹੈ ਕਿ ਆਪ ਸਭ ਨੇ ਵੀਡੀਓ ਬਹੁਤ ਧਿਆਨ ਦੇ ਨਾਲ ਵੇਖੀ ਹੋਏਗੀ ਅਤੇ ਇਹਨਾਂ ਪ੍ਰਸ਼ਨ ਨੂੰ ਜ਼ਰੂਰ ਰਿਵਾਈਜ਼ ਕਰਨਾ ਜੀ। ਕੱਲ੍ਹ ਨੂੰ ਸਾਡੇ WhatsApp ਗਰੁੱਪ ਦੇ ਵਿੱਚ ਟੈਸਟ ਵੀ ਜ਼ਰੂਰ ਦੇਣਾ। ਸੋ ਜੇਕਰ ਕੋਈ ਵੀ ਅਧਿਆਪਕ ਸਾਥੀ ਟੈਸਟ ਦੇਣਾ ਚਾਹੁੰਦਾ ਤਾਂ ਸਾਨੂੰ ਮੈਸੇਜ ਕਰ ਸਕਦੇ ਹੋ 96535 02728 ਅਤੇ ਬਾਕੀ ਦੀਆਂ ਵੀਡੀਓਜ਼ ਟੈਸਟ ਸੀਰੀਜ਼ ਅਤੇ ਸਿਲੇਬਸ ਕਰਨ ਦੇ ਲਈ ਸਾਡੇ YouTube ਲਿੰਕ ਦੇ ਨਾਲ ਜ਼ਰੂਰ ਜੁੜਨਾ। ਵੀਡੀਓ ਵੇਖਣ ਦੇ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ।